टोटल नंबर ऑफ पॉजिटिव केसेस ਜਿਹੜੇ ਪਟਿਆਲਾ 'ਚ ਹੁਣ ਤੱਕ ਆ ਗਏ ਨੇ ਜਿਹੜੇ ਟੋਟਲ ਹੈਗੇ ਇਟ ਇਜ਼ ਅਰਾਊਂਡ 1100 ਉਹਦੇ ਵਿੱਚ 609 ਕਨਫਰਮਡ ਐਕਟਿਵ ਕੇसेस ਨੇ 467 ਕਿਉਰਡ ਹੈਗੇ ਬਾਕੀ 16 ਜਿਹੜੇ ਹੈ ਡੈਥ ਹੋਈ ਹੈ ਇਹ ਸਭ ਤੋਂ ਜਿਹੜੀ ਹੈਗੀ ਖਰਾਬ ਚੀਜ਼ ਹੈਗੀ ਜਿਹੜੇ ਡੈਥ ਹੋਏ 16 ਜਿਹੜੀ ਵੀ ਡੈਥ ਹੋਈ ਹੈ ਜਿੰਨੇ ਵੀ ਡੈਥ ਹੋਏ ਸਾਰੇ ਕੋਮੋਰਬਿਡ ਸੀਗੇ ਦੇ ਵਰ ਉਹਨਾਂ ਦੇ ਜਿਹੜੇ ਸਰੀਰ ਜਾਂ ਉਹਨਾਂ ਦੇ ਜਿਹੜੀ ਕੋਈ ਸਥਿਤੀ ਸੀਗੀ ਫਿਜ਼ੀਕਲ ਉਹ ਠੀਕ ਨਹੀਂ ਸੀਗੀ ਆਈਦਰ ਦੇ ਵਰ ਹਾਰਟ ਪੇਸ਼ੈਂਟ ਕੋਈ ਡਾਇਲਿਸਿਸ 'ਚ ਸੀਗੇ ਕੋਈ ਸਾਰੀ ਦੇ ਬਹੁਤ ਹੀ ਕ੍ਰੋਨਿਕ ਪੇਸ਼ੈਂਟ ਸੀਗੇ ਬਾਕੀ आज ਦੀ घड़ी ਪਟਿਆਲਾ 'ਚ ਕੋਈ ਵੀ ਐਕਟਿਵ ਕੇਸ ਵੈਂਟੀਲੇਟਰ 'ਚ ਨਹੀਂ ਹੈ ਕੋਵਿਡ ਕੇਅਰ ਸੈਂਟਰ ਜਿਹੜਾ ਆਪਣਾ ਮੈਂ ਕਹਿੰਦਾ ਲੈਵਲ 1 ਫੈਸਿਲਿਟੀ ਹੈਗੀ ਉਹਦੇ ਵਿੱਚ ਰੱਖ ਦਿੰਦਾ ਹੈਗੇ ਸਾਡੀ ਲੈਵਲ 1 ਫੈਸਿਲਿਟੀ 4 ਮੈਪ ਹੈਗੀ ਸਭ ਤੋਂ ਪਹਿਲੇ ਹੈਗਾ ਮੈਰੀਟੋਰੀਅਸ ਸਕੂਲ ਜਿਹੜਾ ਅਰਬਨ ਸਟੇਟ ਤੇ ਹੈਗਾ ਦੂਜਾ ਹਾਲੇ ਸ਼ੁਰੂ ਨਹੀਂ ਹੋਇਆ ਹੈ ਬਟ ਲੋੜ ਪੈਗੀ ਤਾਂ ਆਪਾਂ ਸ਼ੁਰੂ ਕਰ ਸਕਦੇ ਹਾਂ ਪੰਜਾਬੀ ਯੂਨੀਵਰਸਿਟੀ ਤੀਜੀ ਜਿਹੜੀ ਹੈ ਥਾਪੜ ਚੌਥਾ ਜਿਹੜਾ ਹੈਗਾ ਲਾਅ ਯੂਨੀਵਰਸਿਟੀ ਦੇ ਵਿੱਚ ਹੈਗਾ ਹੁਣ ਤੱਕ ਆਪਣੇ ਸੀਸੀਸੀ 'ਚ ਜਿਹੜਾ ਮੈਂ ਕੋਵਿਡ ਕੇਅਰ ਸੈਂਟਰ ਦੀ ਗੱਲ ਕਰ ਰਿਹਾ ਤੁਹਾਡੇ ਨਾਲ ਉਹਦੇ ਵਿੱਚ ਸਾਡੇ ਪੇਸ਼ੈਂਟ ਜਿਹੜੇ ਟੋਟਲ ਹੈਗੇ ਮੈਰੀਟੋਰੀਅਸ ਸਕੂਲ 'ਚ 162 ਐਕਟਿਵ ਪੇਸ਼ੈਂਟਸ ਹੈਗੇ ਸਤਿ ਸ਼੍ਰੀ ਅਕਾਲ ਸਾਰੇ ਪਟਿਆਲਾ ਵਾਸੀਆਂ ਨੂੰ ਆਪਾਂ ਪਿਛਲੇ ਹਫਤੇ ਵੀ ਰੂਬਰੂ ਹੋਏ ਸੀਗੇ ਔਰ ਕਈ ਚੀਜ਼ਾਂ ਕਈ ਗੱਲਾਂ ਅਸੀਂ ਸਾਂਝੀ ਕੀਤੀਆਂ ਸੀਗੀਆਂ ਅੱਜ ਫਿਰ ਕੁਝ ਚੀਜ਼ਾਂ ਕੁਝ ਇਸ਼ੂਜ਼ ਹੈਗੇ ਕੁਝ ਫੈਕਟਸ ਹੈਗੇ ਔਰ ਕੁਝ ਸਾਡੀ ਐਡਵਾਈਜ਼ਰੀਜ਼ ਹੈ ਸਾਡੇ ਵੱਲੋਂ ਪ੍ਰਸ਼ਾਸਨ ਵੱਲੋਂ ਸਟੇਟ ਗਵਰਨਮੈਂਟ ਵੱਲੋਂ ਤੁਹਾਡੇ ਨਾਲ ਇੱਕ ਵਾਰ ਮੈਂ ਸਭ ਤੋਂ ਪਹਿਲੇ ਫੇਸ 'ਚ ਇੱਕ ਵਾਰ ਮੈਂ ਤੁਹਾਨੂੰ ਦੱਸਦਾ ਕਿ ਸਾਡੇ ਪਟਿਆਲੇ ਦਾ ਵਿਦ ਰਿਸਪੈਕਟ ਟੂ ਕੋਵਿਡ ਕੀ ਕਿਵੇਂ ਸਾਡੀ ਪ੍ਰੋਗਰੈਸ ਹੈ ਔਰ ਕੀ ਫੈਕਟਸ ਔਰ ਫਿਗਰਸ ਹੈਗੇ ਜਿਵੇਂ ਕਿ ਮੈਂ ਪਿਛਲੀ ਵਾਰ ਵੀ ਤੁਹਾਨੂੰ ਦੱਸਿਆ ਸੀਗਾ ਕਿ ਇਹਤਿਆਤ ਵਰਤਣੀ ਦੀ ਬਹੁਤ ਜ਼ਰੂਰਤ ਹੈ ਅਸੀਂ ਸਾਰੇ ਲੋਕਾਂ ਨੂੰ ਇੱਕ ਬੰਦੇ ਨੂੰ ਕਿਉਂਕਿ ਹਰ ਇੱਕ ਬੰਦਾ ਜ਼ਿੰਮੇਦਾਰ ਹੈ ਹਰ ਇੱਕ ਬੰਦਾ ਰਿਸਪੌਂਸਿਬਲ ਹੈਗਾ ਇਹਦੇ ਵਿੱਚ ਮੈਂ ਜਿਵੇਂ ਕਿ ਦੱਸਿਆ ਸੀਗਾ ਕਿ ਆਪਣੀ ਜਿਹੜੀ ਸੈਂਪਲਿੰਗ ਸੀਗੀ 15000 ਕੇਸਿਸ ਪਰ ਮਿਲੀਅਨ ਕੇਸਿਸ ਸਾਡੀ ਸੈਂਪਲਿੰਗ ਸਾਰੀ ਟੈਸਟਿੰਗ ਹੋਈ ਹੈ ਹੁਣ ਸਾਡੇ ਜਿਹੜੇ ਪਿਛਲੇ ਹਫਤੇ ਤੱਕ 30000 ਅਸੀਂ ਟੈਸਟਿੰਗ ਕੀਤੀ ਸੀਗੀ ਹੁਣ ਸਾਡੇ ਜਿਹੜੇ ਟੈਸਟ ਹੋ ਗਏ ਉਹ 37000 ਹੋ ਗਏ ਤੋਂ ਵੱਧ ਕੇ 7000 ਜਿਹੜੀ ਟੈਸਟਿੰਗ ਇਸ ਹਫਤੇ ਅਸੀਂ ਕੀਤੀ ਹੈਗੀ ਟੋਟਲ ਨੰਬਰ ਆਫ ਪੋਜ਼ਿਟਿਵ ਕੇਸਿਸ ਜਿਹੜੇ ਪਟਿਆਲਾ 'ਚ ਹੁਣ ਤੱਕ ਆ ਗਏ ਨੇ ਜਿਹੜੇ ਟੋਟਲ ਹੈਗੇ ਇਟ ਇਜ਼ ਅਰਾਊਂਡ 1100 ਉਹਦੇ ਵਿੱਚ 609 ਕਨਫਰਮਡ ਐਕਟਿਵ ਕੇਸਿਸ ਨੇ 467 ਕਿਉਰਡ ਹੈਗੇ ਬਾਕੀ 16 ਜਿਹੜੇ ਹੈ ਡੈਥ ਹੋਈ ਹੈ ਇਹ ਸਭ ਤੋਂ ਜਿਹੜੀ ਹੈਗੀ ਖਰਾਬ ਚੀਜ਼ ਹੈਗੀ ਜਿਹੜੇ ਡੈਥ ਹੋਏ ਬਾਕੀ ਇਸ਼ੂ ਜਿਹੜਾ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਜੀ 16 ਜਿਹੜੀ ਵੀ ਡੈਥ ਹੋਈ ਹੈ ਜਿੰਨੇ ਵੀ ਡੈਥ ਹੋਏ ਸਾਰੇ ਕੋਮੋਰਬਿਡ ਸੀਗੇ ਦੇ ਵਰ ਉਹਨਾਂ ਦੇ ਜਿਹੜੇ ਸਰੀਰ ਜਾਂ ਉਹਨਾਂ ਦੇ ਜਿਹੜੀ ਕੋਈ ਸਥਿਤੀ ਸੀਗੀ ਫਿਜ਼ੀਕਲ ਉਹ ਠੀਕ ਨਹੀਂ ਸੀਗੀ ਆਈਦਰ ਦੇ ਵਰ ਹਾਰਟ ਪੇਸ਼ੈਂਟ ਕੋਈ ਡਾਇਲਿਸਿਸ 'ਚ ਸੀਗੇ ਕੋਈ ਸਾਰੀ ਦੇ ਬਹੁਤ ਹੀ ਕ੍ਰੋਨਿਕ ਪੇਸ਼ੈਂਟ ਸੀਗੇ ਬਾਕੀ आज ਦੀ ਘੜੀ ਪਟਿਆਲਾ 'ਚ ਕੋਈ ਵੀ ਐਕਟਿਵ ਕੇਸ ਵੈਂਟੀਲੇਟਰ 'ਚ ਨਹੀਂ ਹੈ ਕੋਈ ਵੀ ਐਕਟਿਵ ਕੇਸ ਸੀਰੀਅਸ ਨਹੀਂ ਹੈ तो पहले ਆਪਾਂ ਨੂੰ ਸਮਝਣ ਦੀ ਲੋੜ ਹੈ ਕਿ ਕਿਸੇ ਵੀ ਤਰ੍ਹਾਂ ਇਹ ਜਿਹੜੀ ਕੋਮੋਰਬਿਡਿਟੀ ਵਾਲਾ ਜਿਹੜਾ ਪੇਸ਼ੈਂਟ ਆਂਦਾ ਹੈ ਉਹਦੀ ਜਿਹੜੀ ਹੈਗੀ ਵੁਲਨਰੇਬਿਲਿਟੀ ਜ਼ਿਆਦਾ ਹੈਗੀ ਉਹਦੇ ਬਾਅਦ ਸਾਡੇ ਜਿਹੜੇ ਪੋਜ਼ਿਟਿਵ ਕੇਸਿਸ ਜਿੱਥੇ ਕਿਵੇਂ ਅਸੀਂ ਉਹਨਾਂ ਨੂੰ ਰੱਖਦੇ ਹਾਂ ਸਾਡਾ ਮਾਡਲ ਕੀ ਹੈ ਸਾਡੀ ਫੈਸਿਲਿਟੀਆਂ ਕਿਵੇਂ ਹੈਗੀਆਂ ਜਿਹੜੇ ਏਸਿੰਪਟੋਮੈਟਿਕ ਕੇਸਿਸ ਹੈਗੇ ਪੋਜ਼ਿਟਿਵ ਉਹਨਾਂ ਨੂੰ ਅਸੀਂ ਅਗਰ ਉਹ ਤਾਂ ਘਰੇ ਰਹਿ ਸਕਦੇ ਉਹਨਾਂ ਦਾ ਆਪਣਾ ਸੈਪਰੇਟ ਰੂਮ ਹੈ ਸੈਪਰੇਟ ਬਾਥਰੂਮ ਹੈ ਤਾਂ ਉਹਨਾਂ ਨੂੰ ਅਸੀਂ ਘਰ 'ਚ ਆਈਸੋਲੇਟ ਕਰ ਦਿੰਦੇ ਹੈਗੇ ਬਾਕੀ ਅਗਰ ਉਸ ਪੋਜ਼ਿਟਿਵ ਕੇਸ ਦੇ ਘਰੇ ਕੋਈ ਜਗ੍ਹਾ ਨਹੀਂ ਹੈ ਰਹਿਣ ਨੂੰ ਅਗਰ ਸਪੈਸ਼ਲ ਜਗ੍ਹਾ ਵੀ ਹੈਗੀ ਤੇ ਟਾਇਲਟ ਅਗਰ ਕਾਮਨ ਹੈਗਾ ਤੇ ਆਪਾਂ ਉਹਨਾਂ ਨੂੰ ਹੋਮ ਆਈਸੋਲੇਟ ਨਹੀਂ ਕਰਦੇ ਬਿਕੋਜ਼ ਉਹਦਾ ਜਿਹੜਾ ਖਤਰਾ ਪਰਿਵਾਰ ਵਾਲੇ ਨੂੰ ਵੀ ਬਣ ਜਾਂਦਾ ਹੈਗਾ ਤੇ ਉਹਨਾਂ ਨੂੰ ਅਸੀਂ ਆਪਣੇ ਸੀਸੀਸੀ ਕੋਵਿਡ ਕੇਅਰ ਸੈਂਟਰ ਜਿਹੜਾ ਆਪਣਾ ਮੈਂ ਕਹਿੰਦਾ ਲੈਵਲ 1 ਫੈਸਿਲਿਟੀ ਹੈਗੀ ਉਹਦੇ ਵਿੱਚ ਰੱਖ ਦਿੰਦੇ ਹੈਗੇ ਸਾਡੀ ਲੈਵਲ 1 ਫੈਸਿਲਿਟੀ 4 ਮੈਪਡ ਹੈਗੀ ਸਭ ਤੋਂ ਪਹਿਲੇ ਹੈਗਾ ਮੈਰੀਟੋਰੀਅਸ ਸਕੂਲ ਜਿਹੜਾ ਅਰਬਨ ਸਟੇਟ ਤੇ ਹੈਗਾ ਦੂਜਾ ਹਾਲੇ ਸ਼ੁਰੂ ਨਹੀਂ ਹੋਇਆ ਹੈ ਬਟ ਲੋੜ ਪੈਗੀ ਤਾਂ ਆਪਾਂ ਸ਼ੁਰੂ ਕਰ ਸਕਦੇ ਹਾਂ ਪੰਜਾਬੀ ਯੂਨੀਵਰਸਿਟੀ ਤੀਜੀ ਜਿਹੜੀ ਹੈ ਥਾਪੜ ਚੌਥਾ ਜਿਹੜਾ ਹੈਗਾ ਲਾਅ ਯੂਨੀਵਰਸਿਟੀ ਦੇ ਵਿੱਚ ਹੈਗਾ ਤਾਂ ਹੁਣ ਤੱਕ ਆਪਣੇ ਸੀਸੀਸੀ 'ਚ ਜਿਹੜਾ ਮੈਂ ਕੋਵਿਡ ਕੇਅਰ ਸੈਂਟਰ ਦੀ ਗੱਲ ਕਰ ਰਿਹਾ ਤੁਹਾਡੇ ਨਾਲ ਉਹਦੇ ਵਿੱਚ ਸਾਡੇ ਪੇਸ਼ੈਂਟ ਜਿਹੜੇ ਟੋਟਲ ਹੈਗੇ ਮੈਰੀਟੋਰੀਅਸ ਸਕੂਲ 'ਚ 162 ਐਕਟਿਵ ਪੇਸ਼ੈਂਟਸ ਹੈਗੇ ਉਹਦੇ ਬਾਅਦ ਅਗਰ ਕੋਈ ਮਾਈਲਡ ਸਿੰਪਟੋਮੈਟਿਕ ਹੈਗਾ ਜਿਨ੍ਹਾਂ ਨੂੰ ਥੋੜਾ ਜਿਹਾ ਆਪਾਂ ਨੂੰ ਲੱਗਦਾ ਹੈ ਕਿ ਆਪਾਂ ਨਾਰਮਲ ਹੋਮ ਆਈਸੋਲੇਟ ਨਹੀਂ ਕਰ ਸਕਦੇ ਸੀਸੀਸੀ 'ਚ ਨਹੀਂ ਰੱਖ ਸਕਦੇ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਲੈਵਲ 2 ਫੈਸਿਲਿਟੀ ਸਾਡੀ 4 ਥਾਵਾਂ 'ਚ ਹੈਗੀਆਂ ਨਾਭਾ ਸਿਵਲ ਹਸਪਤਾਲ ਸਮਾਨਾ ਸਿਵਲ ਹਸਪਤਾਲ ਰਾਜਪੁਰਾ ਸਿਵਲ ਹਸਪਤਾਲ ਔਰ ਇੱਕ ਹੈਗਾ ਆਪਣਾ ਰਾਜਿੰਦਰਾ ਮੈਡੀਕਲ ਕਾਲਜ ਇਹਦੇ ਵਿੱਚ ਸਾਡੀ ਜਿਹੜੀ ਟੋਟਲ ਲੈਵਲ 2 ਦੇ ਪੇਸ਼ੈਂਟਸ ਹੈਗੇ ਹੁਣ ਤੱਕ ਉਹ 114 ਹੈਗੇ ਜੀ ये थोड़े जे सिम्टोमैटिक है बट दे आर स्टेबल इस तरह की कोई घबराने की लोड़ नहीं हैगी बाकी साढ़े 5 पेशेंट आर्मी कंटोनमेंट च हैगे बाकी सारे 260 ਜਿਹੜੇ ਹੈਗੇ वो होम आइसोलेशन च हैगे तो कहने का भाव ये है कि ਤੁਹਾਨੂੰ ਸਾਰਿਆਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਸਾਡੀ ਕਿਵੇਂ ਫੈਸਿलिटीज आती है लेट्स से मैं कल को पॉजिटिव हो जावा और मैं सिम्टोमैटिक है तो मैं सीधा लेवल 2 च जावांगा अगर मैं एसिम्टोमैटिक है अगर मेरे घरे प्रबंध है मैं घर च रवांगा अगर घरे प्रबंध नहीं है तो मैं मैरिटोरियस स्कूल च आ जावांगा फैसिलिटीज सारी ठीक है
ਕਿਸੇ ਤਰ੍ਹਾਂ ਦਾ ਵੀ ਕੋਈ ਇਸ਼ੂ ਨਹੀਂ ਹੈ। ਜਿੱਥੇ ਵੀ ਮਾੜੇ ਮੋਟੇ ਇਸ਼ੂ ਆਉਂਦੇ ਸਾਡੇ ਨੋਡਲ ਅਫਸਰ, ਸਾਡੀ ਟੀਮ, ਸਾਰੇ ਜਿਹੜੇ फील्ड वॉरियर है वो सारे ने सारे ਜਿਹੜੇ काम कर रहे हैं। एक चीज जो बहुत इंपॉर्टेंट है, कोई भी ऐसा अधिकारी, कोई भी ऐसा नुमाइंदा, चाहे वो सैनिटेशन वर्कर हो, चाहे नर्स हो, चाहे अपने पुलिस ਦੇ ਮੁਲਾਜ਼ਮ ਹੋਵੇ ਜਿਹੜੇ ਫੀਲਡ 'ਚ ਕੰਮ ਕਰ ਰਹੇ ਨੇ, ਸਾਡੇ ਪਟਵਾਰੀ ਹੋ, ਸਾਡੇ ਤਹਿਸੀਲਦਾਰ ਹੋ, ਸਾਰੇ ਦੇ ਸਾਰੇ ਕੰਮ ਕਰ ਰਹੇ। ਮੈਂ ਤੁਹਾਡੇ ਨਾਲ ਇੱਕ ਹੋਰ ਗੱਲ ਸਾਂਝੀ ਕਰਦਾ ਜੀ। ਇੱਕ ਸਾਡੇ ਸੀਨੀਅਰ ਰੈਜ਼ੀਡੈਂਟ ਟੀਬੀ ਹਸਪੀਟਲ 'ਚ ਪੋਜ਼ਿਟਿਵ ਆਏ ਸੀਗੇ ਐਂਡ ਉਹਦਾ ਲੜਕਾ ਹੀ ਹੈ ਜੀ, ਜਿਵੇਂ ਆਪਣੇ ਬੱਚੇ ਹੁੰਦੇ 24-25 ਸਾਲ ਦੇ। ਉਹਦਾ यही कहना है कि सर फटाफट मैं ठीक होके आवांगा और सब तो पहला ਜਿਹੜਾ काम होगा मैं वापस पेशेंट देखना शुरू करूंगा। तो दिस शोज आर कैरेक्टर, दिस शोज आर नेशन बिल्डिंग और ये ਆਪਾਂ ਨੂੰ ਇਹ ਸੰਦੇਸ਼ ਦਿੰਦਾ ਹੈ ਕਿ ਸਾਰੇ ਬੰਦੇ ਜਿਹੜੇ ਕਿੰਨੇ ਜ਼ਿਆਦਾ ਪ੍ਰੋਤਸਾਹਿਤ ਹੈਗੇ। ਕਿਸੇ ਤਰ੍ਹਾਂ ਦੀ ਵੀ ਕਿੱਥੇ ਵੀ ਕੋਈ ਮੋਟੀਵੇਸ਼ਨ ਦੀ ਕਮੀ ਨਹੀਂ। ਅਸੀਂ ਆਪਣੀ ਮਿਹਨਤ ਕਰ ਰਹੇ ਹਰ ਇੱਕ ਬੰਦਾ, ਹਰ ਇੱਕ ਅਧਿਕਾਰੀ, ਹਰ ਇੱਕ ਤਬਕਾ ਜਿਹੜਾ ਸਰਕਾਰ ਦੇ ਨਾਲ ਜੁੜਿਆ ਹੋਇਆ ਉਹ ਸਾਰੇ ਕੰਮ ਕਰ ਰਹੇ ਨੇ। ਜਿਵੇਂ ਕਿ ਮੈਂ ਤੁਹਾਨੂੰ ਸੀਨੀਅਰ ਰੈਜ਼ੀਡੈਂਟ ਦੇ ਬਾਰੇ ਕੀਤਾ, ਉਸੇ ਤਰ੍ਹਾਂ ਇੱਕ ਸੈਨੀਟੇਸ਼ਨ ਵਰਕਰ, ਜਿਵੇਂ ਕਿ ਸਾਡੇ ਕਾਰਪੋਰੇਸ਼ਨ ਦੇ ਅਧਿਕਾਰੀ ਜਿਹੜੇ ਨੀਚੇ ਕੰਮ ਕਰਦੇ ਨੇ, ਉਹਨਾਂ ਦੇ ਅੰਦਰ ਵੀ ਮਨੋਬਲ ਇਤਨਾ ਵਧਿਆ ਹੈਗਾ ਤੁਸੀਂ ਸੋਚ ਵੀ ਨਹੀਂ ਸਕਦੇ ਹੋ। ਜਦ ਵੀ ਅਸੀਂ ਕਹਿੰਦੇ ਇੱਥੇ ਜਾ ਕੇ ਅਗਰ ਕੰਟੇਨਮੈਂਟ ਏਰੀਆ ਬੜਾ ਹੈ ਤਾਂ ਸਭ ਤੋਂ ਪਹਿਲੇ ਜਾ ਕੇ ਕਹਿੰਦੇ ਸਰ ਇਹ ਸਾਡਾ ਫਰਜ਼ ਹੈ, ਕੋਈ ਦਿੱਕਤ ਨਹੀਂ, ਅਸੀਂ ਘਰ 'ਚ ਜਾ ਕੇ ਸਫਾਈ ਕਰਾਂਗੇ। ਤਾਂ ਤੁਸੀਂ ਇਹ ਸੋਚ ਸਕਦੇ ਹੋ ਇਨ ਬੰਦਿਆਂ ਦੇ ਅੰਦਰ ਕਿੰਨਾ ਜਜ਼ਬਾ ਹੈਗਾ। ਇਹਨਾਂ ਦਾ ਵੀ ਘਰ ਪਰਿਵਾਰ ਹੈ, ਬਟ ਘਰ ਪਰਿਵਾਰ ਛੋੜ ਕੇ ਇਹ ਸਾਡੇ ਲਈ, ਆਪਣੇ ਲਈ, ਆਪਣੇ ਦੇਸ਼ ਦੇ ਲਈ, ਆਪਣੇ ਸੂਬੇ ਦੇ ਲਈ, ਆਪਣੇ ਲੋਕਾਂ ਦੇ ਲਈ ਕੰਮ ਕਰ ਰਹੇ ਨੇ। ਜਿਵੇਂ ਕਿ ਪਿਛਲੀ ਵਾਰ ਮੈਂ ਦੱਸਿਆ ਸੀਗਾ ਸਾਡੇ ਕੇਸਿਸ ਕਾਫੀ ਵੱਧ ਗਏ ਸੀਗੇ, ਬਟ ਹੁਣ ਅੱਛੀ ਖਬਰ ਇਹ ਕਿ ਕੇਸ ਵਾਪਸ ਜਿਹੜਾ ਹੈਗਾ 80 ਦੇ ਨੇੜੇ ਤੇੜੇ ਪਹੁੰਚ ਗਏ ਸੀਗੇ 3-4 ਦਿਨ ਪਹਿਲੇ। ਕੱਲ 40 ਕੇਸਿਸ ਆਏ, ਬਟ ਇਹ ਕੇਸਿਸ ਆਪਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਸਾਡੀ ਕੈਪੈਸਿਟੀ ਬਹੁਤ ਜ਼ਿਆਦਾ ਹੈ। ਸਾਡੀ ਕੈਪੈਸਿਟੀ 3200 ਦੇ ਨੇੜੇ ਤੇੜੇ। ਹੁਣ ਵੀ ਸਾਡੇ ਜਿਹੜੇ ਸੀਸੀਸੀ ਟੋਟਲ ਰਾਜਿੰਦਰਾ ਮੈਡੀਕਲ ਕਾਲਜ ਮਿਲਾ ਕੇ ਸਿਰਫ 600 ਪੇਸ਼ੈਂਟ ਹੀ ਹੈ। ਤਾਂ ਹਾਲੇ ਵੀ ਸਾਡੇ ਕੋਲ ਕੈਪੈਸਿਟੀ ਬਹੁਤ ਹੈ, ਬਟ ਮੈਂ ਚਾਹੁੰਦਾ ਨਹੀਂ ਸਾਡੀ ਕੈਪੈਸਿਟੀ ਯੂਜ਼ ਜ਼ਿਆਦਾ ਹੋਵੇ। ਪਿਛਲੇ ਹਫਤੇ ਜਿਵੇਂ ਮੈਂ ਦੱਸਿਆ ਸੀਗਾ ਕੰਟੇਨਮੈਂਟ ਏਰੀਆ ਕਾਫੀ ਜ਼ਿਆਦਾ ਸੀਗੇ, 8 ਦੇ ਨੇੜੇ ਤੇੜੇ ਸੀਗੇ। ਹੁਣ ਇਸ ਹਫਤੇ ਸਿਰਫ 4 ਰਹਿ ਗਏ ਨੇ। ਤੋਪਖਾਨਾ ਮੋੜ ਜਿਵੇਂ ਪਿਛਲੇ ਹਫਤੇ ਵੀ ਸੀਗਾ, ਇਸ ਵਾਰ ਵੀ ਹੈਗਾ। ਆਸ ਕਰਦੇ ਹਾਂ ਅਗਲੇ 2-4 ਦਿਨਾਂ 'ਚ ਇਹਨੂੰ ਵੀ ਜਿਹੜਾ ਅਗਰ ਪੋਜ਼ਿਟਿਵ ਕੇਸਿਸ ਕੋਈ ਨਹੀਂ ਆਉਂਦੇ ਅਸੀਂ ਖਤਮ ਕਰ ਦਾਂਗੇ। ਸਮਾਣਾ 'ਚ 2 ਸਾਡੇ ਕੰਟੇਨਮੈਂਟ ਏਰੀਆ ਹੈ, ਤੇਜ ਕਾਲੋਨੀ, ਮੱਛੀ ਹੱਟਾ, ਤੇ ਪਟਿਆਲਾ 'ਚ ਪਿਛਲੇ ਹਫਤੇ ਜਿਹੜਾ ਨਵਾਂ ਕੰਟੇਨਮੈਂਟ ਮਿਨੀ ਕੰਟੇਨਮੈਂਟ ਏਰੀਆ ਬਣਾਇਆ ਸੀਗਾ ਉਹ ਆਦਰਸ਼ ਨਗਰ ਸੀਗਾ। ਮੈਂ ਤੁਹਾਨੂੰ ਇੱਕ ਵਾਰ ਕੰਟੇਨਮੈਂਟ ਏਰੀਆ ਦੇ ਬਾਰੇ ਦੱਸਦਾ ਅਸੀਂ ਕਿਵੇਂ ਇਹਨੂੰ ਐਨਾਲਾਈਜ਼ ਕਰਦੇ ਹਾਂ। ਅਸੀਂ ਸਾਰੀ ਟੀਮ ਇਕੱਠੇ ਬੈਠਦੇ ਹਾਂ ਹਰ ਰੋਜ਼ ਸ਼ਾਮ ਨੂੰ। ਅਸੀਂ ਇਹ ਮੈਪ ਕਰਦੇ ਹਾਂ ਕਿ ਕਿੱਥੇ ਸਭ ਤੋਂ ਜ਼ਿਆਦਾ ਪੋਜ਼ਿਟਿਵ ਕੇਸਿਸ ਆ ਰਹੇ ਨੇ। ਅਗਰ ਉਹ ਏਰੀਆ ਹੌਟਸਪੌਟ ਹੈਗਾ, ਅਗਰ ਆਪਾਂ ਨੂੰ ਲੱਗਦਾ ਹੈ ਕਿ ਉੱਥੇ ਅਗਰ ਆਪਾਂ ਹੁਣ ਕੰਟਰੋਲ ਨਹੀਂ ਕਰਾਂਗੇ ਤਾਂ ਕੇਸਿਸ ਵਧਣ ਦੀ ਜਿਹੜੀ ਹੈਗੀ ਉੱਥੇ ਕहीं ਨਾ ਕहीं ਇਸ਼ੂਜ਼ ਰਹਿੰਦੇ ਹੈਗੇ। ਤੇ ਅਸੀਂ ਨਾਲ ਦੇ ਨਾਲ ਉਸ ਏਰੀਆ ਨੂੰ ਕੰਟੇਨ ਕਰਦੇ, ਕੋਸ਼ਿਸ਼ ਇਹ ਕਰਦੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਹੋ। ਬਹੁਤ ਟਫ ਜੌਬ ਹੈਗਾ, ਲੋਕਾਂ ਨੂੰ ਅਸੀਂ ਸਾਈਕੋਲੋਜੀਕਲੀ ਵੀ ਦੇਖਣਾ ਹੁੰਦਾ, ਲੋਕਾਂ ਦਾ ਆਪਾਂ ਨੂੰ ਬਿਜ਼ਨਸ ਵੀ ਦੇਖਣਾ ਹੈ, ਆਵਾਜਾਈ ਵੀ ਦੇਖਣੀ। ਇਹਦੇ ਵਿੱਚ ਪੁਲਿਸ, ਹੈਲਥ ਡਿਪਾਰਟਮੈਂਟ, ਸਾਡੇ ਸੈਕਟਰ ਨੋਡਲ ਅਫਸਰ, ਫਲਾਈਂਗ ਸਕੁਆਡ, ਐਸਡੀਐਮ ਸਾਹਿਬ, ਤਹਿਸੀਲਦਾਰ ਸਾਰੇ ਜਿਹੜੇ एकजुट होकर कंटेनमेंट एरिया भी रख रखाव करते हैं। 2-3 इशू ਜਿਹੜੇ ਬਹੁਤ ਇੰਪੋਰਟੈਂਟ ਨੇ। ਮੈਂ ਬਸ ਇਹ ਤੁਹਾਨੂੰ ਇੱਕ ਵਾਰ ਫਿਰ ਅਪੀਲ ਕਰਨਾ ਚਾਹੁੰਦਾ ਜੀ, ਪਲੀਜ਼ ਮਾਸਕ ਪਹਿਨੋ। मतलब मेरा ਜਿਹੜਾ ਆਪਣਾ ਤਜਰਬਾ ਹੈ ਪਿਛਲੇ 3.5 ਮਹੀਨੇ ਦਾ ਇਸ ਪੂਰੀ ਮੁਹਿੰਮ 'ਚ, ਮਾਸਕ ਜਿਹੜੇ ਬੰਦੇ ਨੇ ਪਹਿਨਾ ਉਹ ਕहीं ना कहीं ਜਿਹੜਾ ਹੈਗਾ सचेत रहे, कहीं ना कहीं वो इन्फेक्ट नहीं होए। सोशल डिस्टेंस रखो, हाथ धो, सैनिटाइजर का यूज करो, घरे अपना नॉर्मल साबुन यूज करो, गर्म खाओ, गर्म पानी पियो, अपने बुजुर्ग, अपने बच्चा का ध्यान रखो। एक सब तो इंपॉर्टेंट, बिना बात के घर से ना निकले जी। मतलब जब तक ਤੁਹਾਨੂੰ कोई अवॉइड कर सकते हो प्लीज अवॉइड करो। अनअवॉइडेबल अगर अवॉइड कर सको प्लीज करो, ਅਦਰਵਾਈਜ਼ ਦਿੱਕਤ ਕੀ ਤੁਸੀਂ ਜਿੰਨਾ ਬਾਹਰ ਜਾਓਗੇ ਉਨਾ ਤੁਸੀਂ ਸੰਕਰਮਿਤ ਹੋਗੇ, ਉਨਾ ਤੁਸੀਂ ਇਨਫੈਕਟ ਹੋਣ ਦਾ ਤੁਹਾਡਾ ਚਾਂਸ ਵੱਧ ਜਾਂਦਾ ਹੈਗਾ ਜੀ। तो ये तो साड़ी कोविड की तैयारी सी। हुण अपना फ्लड सीजन हैगा दूजा बड़ा इंपॉर्टेंट है। जिवें कि इस बार बारिशा भी तुहानूं देखिया बहुत ज़्यादा हो रही है, शहरों के विच पानी की क्लॉगिंग हैगी। बट इंपॉर्टेंट ये है कि देखो पटियाला जो भी है जिन्ना भी अपनी बारिश पैंदी है पानी निकल जाता हैगा। अगर एक साथ पैंदा 3, 4, 5, 6 घंटे च निकल जाता है। कित्थे कित्थे लो लाइंग एरियाज है उत्थे असीं काम कर रहे हैं। साडा ड्रेनेज विंग है, साडी कॉरपोरेशन की सीवरेज विंग है, दे आर वर्किंग वेरी हार्ड। तुसी दूजे शहर च भी देखा कई बार पानी बहुत ज़्यादा बन जाता है, बट अपने पटियाला अगर तुसी पिछले 3-4 दिन देखो किसी तरह की भी कोई पानी की क्लॉगिंग या किसी तरह की भी कोई शिकायत साडे कंट्रोल रूम च नहीं आई है। घग्गर दरिया जो सब तो इंपॉर्टेंट है, साडे राजपुरा, घनौर, दूधन सादा जिथे टांगरी और मारकंडा मिलती हैगी, उसके बाद नीचे जाके समाणा नूं टच करके अपने पात्रा इलाके च होंदे हुए खनौरी निकल जाती है। ਇਹਦਾ ਅਸੀਂ 2 करोड़ की लागत च नरेगा का काम कराया, स्ट्रेंथनिंग बंद बनाए। पिछले साल साड़ी 3 ब्रिजेज हुई सी, इस बार वो ब्रिजेज में असी प्लग करता है। कुछ ब्रिजेस टूटे से वो भी असी बनाते हैं। मैं खुद 2 बार दौरा कर चुकिया जी। आस करदा कि नेचर की फ्यूरी के सामने साडा किसी का बस नहीं चलता, बट आस करिए, कोशिश करिए एज अ कम्यूनिटी, एज अ एडमिनिस्ट्रेटर वी आर ऑलवेज देयर। असी इस बार विल एंश्योर कि घग्गर दरिया च किसी तरह का भी ब्रिज ना हो। दूजे पासे जंबो वाली चो जी सब तो वड्डी चो है, जिहड़ा सीधा सरहद तो जिहड़ा हैगा इकट्ठा होंदे हुए नीचे पात्रा तक जाती है,
ਬਾਅਦ 'ਚ ਘੱਗਰ ਦਰਿਆ 'ਚ ਮਿਲ ਜਾਂਦੀ ਹੈ। ਇਹਦੀ ਵੀ ਸਫਾਈ ਪੂਰੀ ਤਰ੍ਹਾਂ ਸੇ ਹੋ ਗਈ ਹੈ। ਸ਼ਹਿਰ 'ਚ ਜਿਹੜਾ ਮਾਡਲ ਟਾਊਨ ਡਰੇਨ ਹੈ ਉਹਦੀ ਵੀ ਸਫਾਈ ਮੁਕੰਮਲ ਹੋ ਗਈ ਹੈ। ਉਸੇ ਤਰ੍ਹਾਂ ਜਿਹੜਾ ਰੋਟੀ ਹੈਗਾ ਨਾਭੇ ਦੇ ਵੱਲ ਜਿਹੜੇ ਆਪਣੀ ਡਰੇਨ ਹੈਗੀ ਆ ਉਹਦੀ ਵੀ ਸਫਾਈ ਪੂਰੀ ਹੋ ਗਈ ਹੈ। ਬਟ ਆਪਾਂ ਨੂੰ ਫਿਰ ਤੋਂ ਇਹ ਸਚੇਤ ਰਹਿਣਾ, ਕਿਸੇ ਤਰ੍ਹਾਂ ਦੇ ਵੀ ਲੋਕਾਂ ਨੂੰ ਮੈਂ ਇਹ ਅਪੀਲ ਕਰਦਾ, ਪਿੰਡ ਵਾਲਿਆਂ ਨੂੰ ਸਪੈਸ਼ਲੀ, ਜਿਹੜਾ ਨੈਚੁਰਲ ਡਰੇਨੇਜ ਦਾ ਵੇ ਹੈ ਉਹਨੂੰ ਆਬਸਟਰਕਟ ਨਾ ਕਰੋ ਜੀ। ਸਭ ਤੋਂ ਪਹਿਲੇ ਆਪਾਂ ਨੂੰ ਜਾਨ ਬਚਾਉਣਾ ਹੈ, ਫਿਰ ਘਰ, ਫਿਰ ਆਪਣੀ ਫਸਲ। ਕਈ ਵਾਰ ਮੈਂ ਦੇਖਦਾ ਜੀ ਪਿੰਡਾਂ ਦੇ ਵਿੱਚ ਦੋ ਪਿੰਡ ਆਪਸ 'ਚ ਮਿਲ ਜਾਂਦੇ, ਇੱਕ ਬੰਦਾ ਜਿਹੜਾ ਡਾਬ ਲਾ ਦਿੰਦਾ ਹੈਗਾ। ਇਸ ਤਰ੍ਹਾਂ ਦੇ ਵੀ ਕੋਈ ਮੈਨ ਮੇਡ ਆਬਸਟਰਕਸ਼ਨ ਨਹੀਂ ਹੋਣੀ ਚਾਹੀਦੀ। ਨੈਚੁਰਲ ਜਿਹੜਾ ਡਰੇਨ ਹੈ ਉਹਨੂੰ ਬਹਿਣ ਦਿਓ, ਜਿੰਨੀ ਜਲਦੀ ਬਹੇਗਾ ਉਨੀ ਛੇਤੀ ਆਪਾਂ ਫ੍ਰੀ ਹੋਵਾਂਗੇ। ਤੀਜਾ ਜਿਹੜਾ ਸਭ ਤੋਂ ਇੰਪੋਰਟੈਂਟ ਹੈ, ਆਪਾਂ ਪਿਛਲੀ ਵਾਰ ਡੈਂਗੀ ਦੇ ਵਿੱਚ ਜਿਹੜਾ ਡੈਂਗੀ ਸੀਜ਼ਨ ਹੈਗਾ ਤੁਸੀਂ ਦੇਖਿਆ 2017, 18, 19 ਅਸੀਂ ਡੈਂਗੀ ਦੇ ਮਾਰ 'ਚ ਕਾਫੀ ਸੀਗੇ। 17, 18 ਦੇ ਵਿੱਚ, 19 ਦੇ ਵਿੱਚ ਅਸੀਂ ਦੇਖਿਆ ਸੀਗਾ 2100 ਕੇਸ ਸੀਗੇ। 18 ਦੇ ਵਿੱਚ ਉਹਦੇ ਕਮ ਹੋ ਕੇ 90% ਗਿਰ ਗਏ ਸੀਗੇ। 200 ਦੇ ਨੇੜੇ ਤੇੜੇ ਕੇਸਿਸ ਰਹਿ ਗਏ ਸੀਗੇ ਪਿਛਲੇ ਸਾਲ। तो मैं आस करता साड़ी जी एडमिनिस्ट्रेटिव मशीनरी है, हेल्थ डिपार्टमेंट है, एपिडेमोलॉजिस्ट है, कॉरपोरेशन ईओ, दे आर वर्किंग वेरी हार्ड। मैं फिर एक ही मैसेज, असी काम कर रहे हैं जी, बट पिछले साल जो आप सक्सेसफुल रहे, इस बार भी मैं बस ये तुहाडे तो उम्मीद करदा जी अपने घरे प्लीज बार बार चेक करते रहो। कई बार देखन चाहे ਤੁਸੀਂ ਚਾਈ ਪੀ ਕੇ ਆਪਣਾ ਜਿਹੜਾ ਗਲਾਸ ਵੀ ਅਗਰ ਤੁਸੀਂ ਕੰਨ 'ਚ ਰੱਖ ਦਿੰਦੇ ਹੋ 3-4 ਦਿਨ ਅਗਰ ਨਹੀਂ ਹਟਾਉਂਦੇ ਹੋ ਉਹਦੇ ਵਿੱਚ ਵੀ ਜਿਹੜਾ ਹੈਗਾ ਉਹਦਾ ਲਾਰਵਾ ਪਾਇਆ ਗਿਆ ਸੀਗਾ ਪਿਛਲੀ ਵਾਰ। ਤਾਂ ਇਹ ਬਹੁਤ ਛੋਟੀ ਗੱਲ ਹੈ। ਫਰੀਜ਼ ਦਾ ਜਿਹੜਾ ਪਾਣੀ ਨੀਚੇ ਟਪਕਦਾ ਹੈ ਉਹ ਤੁਸੀਂ ਦੇਖੋ ਤੁਹਾਡਾ ਸਟੈਂਡ ਹੁੰਦਾ ਉਹਦੇ ਵਿੱਚ ਵੀ ਲਾਰਵਾ ਕਈ ਵਾਰ ਆ ਜਾਂਦਾ ਹੈ। ਤੁਹਾਡੇ ਏਸੀ, ਤੁਹਾਡੇ ਕੂਲਰ, तो छोटी छोटी चीज अपने बच्चों को सचेत रखो। हो सकता है ਤੁਹਾਡੇ ਬੱਚੇ ਨੂੰ ਤੁਸੀਂ ये टास्क दे दो अपने घरे कि ਤੁਸੀਂ देखो पानी कितने ठंडा होता है, इकट्ठा होता है। टायर अगर ਤੁਹਾਡੇ घरे कोई टायर पड़ा है ਉਹਨੂੰ ਜ਼ਰੂਰ सफाई करो। कोशिश ये रखो जी अपने घर की साफ सफाई रखो, पानी इकट्ठा ना होने दो। ये फ्रेश वाटर च ਹੁੰਦਾ ਹੈਗਾ। ਆਪਾਂ दोहरी मार नहीं झेल सकते। कोविड एक पासे चल रहा है, दूसरे पासे अगर डेंगू आता है इट विल बी वेरी टफ फॉर अ फैमिली। सो वी आर योर फैमिली, वी आर देयर फॉर यू, बट थोड़ी सी प्रिकॉशन ਸਾਡੇ ਲਈ बहुत हेल्प करेगी। ਹੁਣ ਕੁਝ ਕੁਐਸਚਨ ਜਿਹੜੇ ਲਾਈਵ ਆ ਰਹੇ ਨੇ ਉਹਦਾ ਮੈਂ ਇੱਕ ਵਾਰ ਪੜ੍ਹ ਕੇ ਬਾਰੀ ਬਾਰੀ ਮੈਂ ਜਿੰਨਾ ਵੀ ਹੋ ਸਕਦਾ ਮੈਂ ਆਨਸਰ ਦੇਣ ਦੀ ਕੋਸ਼ਿਸ਼ ਕਰਾਂਗਾ ਜੀ। ਅਮਰਿੰਦਰ ਸਿੰਘ ਇਹਨਾਂ ਨੇ ਪੁੱਛਿਆ ਕਿ ਡੈਂਗੀ ਪਿੰਡਾਂ ਦੇ ਵਿੱਚ ਤੁਸੀਂ ਕੀ ਕਰ ਰਹੇ ਹੋ ਜੀ। ਅਮਰਿੰਦਰ ਸਿੰਘ ਜੀ ਸਾਡੇ ਵੱਲੋਂ ਸਾਰੇ ਐਸਡੀਐਮ, ਸਾਰੇ ਐਸਐਮਓਸ, ਸਾਰੇ ਤਹਿਸੀਲਦਾਰ, ਸਾਰੇ ਪਟਵਾਰੀਆਂ ਨੂੰ ਇਹ ਇਨਫੋਰਮੇਸ਼ਨ ਹੈ ਔਰ ਇਹ ਵੀ ਸਾਡੇ ਵੱਲੋਂ ਡਾਇਰੈਕਸ਼ਨ ਹੈ। ਇਸ ਬਾਰ ਈਚ ਐਂਡ ਐਵਰੀ ਹਾਊਸਹੋਲਡ ਵਿਲ ਬੀ ਚੈੱਕਡ। ਚਾਲਾਨਿੰਗ ਵੀ ਹੋਏਗੀ ਜੀ। ਪਿਛਲੀ ਵਾਰ ਵੀ ਅਸੀਂ ਚਾਲਾਨਿੰਗ ਕੀਤੀ ਹੈਗੀ। ਪਿਛਲੀ ਵਾਰ ਅਸੀਂ ਇਹ ਪ੍ਰੋਵੀਜ਼ਨ ਵੀ ਰੱਖਿਆ ਸੀਗਾ ਕਿ 2 ਬਾਰ ਤੋਂ ਜ਼ਿਆਦਾ ਕਿਸੇ ਦੇ ਘਰ ਲਾਰਵਾ ਪਾਇਆ ਜਾਏਗਾ ਆਪਾਂ ਐਫਆਈਆਰ ਕਰਾਂਗੇ, ਬਟ ਵੀ ਡੋਂਟ ਵਾਂਟ ਟੂ ਟੇਕ ਐਕਸ਼ਨ ਅਨਨੈਸੈਸਰੀ। ਜਦ ਤੱਕ ਸਾਨੂੰ ਲੱਗਦਾ ਹੈ ਕਿ ਤੁਸੀਂ ਕੋਆਪਰੇਟ ਕਰੋ, ਵੀ ਵਿਲ ਟਰਾਈ ਟੂ ਕੋਆਪਰੇਟ ਵਿਦ ਯੂ। ਦੂਜੇ ਕੁਐਸਚਨ ਜਿਹੜਾ ਹੈ ਰਿਸ਼ਭ ਗੁप्ता ਜੀ ਹੈਗੇ, ਇਹ ਪੁੱਛਦੇ हैं कि एज पटियाला इज विटनेसिंग सर्ज इन कोविड केसेस, स्टार्ट एंटीजन टेस्टिंग इन पटियाला लाइक दिल्ली एंड तेलंगाना टू इंक्रीज डेली टेस्टिंग कैपेसिटी। ऋषभ जी सच्ची गल ये है, सही गल ये है कि पिछले हफ्ते साडे ਵੱਲੋਂ एंटीजन टेस्टिंग ਦਾ ਸ਼ੁਰੂਆਤ ਕੀਤੀ ਗਈ ਹੈ। ਇੱਥੇ ਅਸੀਂ ਐਜ਼ ਅ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਐਂਟੀਜਨ ਟੈਸਟਿੰਗ। ਪੰਜਾਬ ਸਰਕਾਰ ਵੱਲੋਂ ਐਂਟੀਜਨ ਟੈਸਟਿੰਗ 4 ਸ਼ਹਿਰਾਂ ਦੇ ਵਿੱਚ ਸ਼ੁਰੂ ਕੀਤੀ ਗਈਆਂ ਸੀਗੀਆਂ। ਉਹਦੇ ਵਿੱਚ ਇੱਕ ਪਟਿਆਲਾ ਵੀ ਸੀਗਾ ਔਰ ਇਹਦੇ ਰਿਜ਼ਲਟ ਬਹੁਤ ਚੰਗੇ ਆਏ। ਬਹੁਤ ਫਾਸਟ ਟੈਸਟਿੰਗ ਹੁੰਦੀ ਹੈ ਔਰ ਅਸੀਂ ਨਾਲ ਦੇ ਨਾਲ ਕੰਟੇਨਮੈਂਟ ਏਰੀਆ ਦੇ ਵਿੱਚ ਫਟਾਫਟ ਟੈਸਟਿੰਗ ਕਰਕੇ ਇਹ ਪਤਾ ਕਰ ਸਕਦੇ ਕਿਹੜਾ ਬੰਦਾ ਪੋਜ਼ਿਟਿਵ ਹੈ, ਬਿਕੋਜ਼ ਜਿਹੜਾ ਕੰਟੇਨਮੈਂਟ ਏਰੀਆ ਉਹ ਸਭ ਤੋਂ ਜ਼ਿਆਦਾ ਸੰਕਰਮਿਤ ਹੁੰਦਾ ਹੈਗਾ। तो सानू इस एंटीजन टेस्टिंग का बहुत फायदा हुआ। तुहाडा सुझाव एकदम ठीक है, इट इज़ एकदम राइट कि आप दिल्ली और तेलंगाना से काफ़ी ਇਹਦਾ फायदा हुआ। ਅਸੀਂ भी ਇੱਥੇ ਇਹਦਾ यूज़ कर रहे और बहुत फायदा उठा रहे हैं। एक और साडे लाइव क्वेश्चन हैगा सनी साहनी जी हैगे। ਇਹਨਾਂ ਦਾ क्वेश्चन है प्लीज द सिचुएशन इज गोइंग ऑन वर्स, सो प्लीज टेक सम स्ट्रिक्ट एक्शन टू प्रिवेंट पब्लिक फ्रॉम COVID-19। My question is that what is government plan for people whose business is completely shut for last 4 months, like institution other, how would we survive? ਸਨੀ ਜੀ ਟਾਈਟ ਰੋਪ ਹੈਗੀ। ਸਭ ਤੋਂ ਪਹਿਲਾਂ ਤੁਹਾਡਾ ਕੁਐਸਚਨ ਸੀਗਾ ਕਿ ਆਪਾਂ ਜਿਹੜਾ ਹੈਗਾ ਕੀ ਸਟ੍ਰਿਕਟ ਐਕਸ਼ਨ ਲੈ ਰਹੇ। ਸਾਡੇ ਵੱਲੋਂ ਚਾਲਾਨਿੰਗ ਕੀਤੀਆਂ ਜਾ ਰਹੀਆਂ। ਐਸਐਸਪੀ ਸਾਹਿਬ ਵੱਲੋਂ, ਪੁਲਿਸ ਵੱਲੋਂ, ਸਾਡੇ ਕਾਰਪੋਰੇਸ਼ਨ ਦੇ ਮਹਿਕਮੇ ਵੱਲੋਂ ਵੀ ਹੁਣ ਆਥੋਰਾਈਜ਼ ਕਰਤਾ ਹੈਗਾ। ਜਿਹੜੇ ਬੰਦੇ ਮਾਸਕ ਨਹੀਂ ਪਹਿਨ ਰਹੇ ਉਹਨਾਂ ਦੀ ਚਾਲਾਨਿੰਗ ਕਰ ਰਹੇ। ਮੈਂ ਬਟ ਫਿਰ ਵਹੀ ਕਹਿ ਰਿਹਾ ਜੀ, ਚਾਲਾਨਿੰਗ ਕਿੰਨੀ ਕਰੋਗੇ, ਕਿੰਨੀ ਲੋਕਾਂ ਨੂੰ ਤੁਸੀਂ ਸਮਝਾਓਗੇ? ਜਦ ਤੱਕ ਲੋਕ ਆਪੇ ਜੁੜ ਜਾਣ ਤਾਂ ਉਹਦਾ ਦਿਸ ਇਜ਼ ਦਾ ਬੈਸਟ ਸੋਲੂਸ਼ਨ। बट वी आर टेकिंग स्ट्रिक्ट एक्शन एंड कल भी जोड़ा है साढ़े वालों कई मैरिज पैलेसिस चेक किया गया जिथे भी कोई भोग, कोई किसी तरह का फंक्शन जिथे 30 तो ज़्यादा बंदे अगर इकट्ठे हो रहे हैं उत्थे असी एक्शन ले रहे, एफआईआर भी दर्ज हो रही है। कोई फेक न्यूज़ अगर फैला रहा है वो अगेंस्ट भी असी बहुत स्ट्रिक्ट एक्शन ले रहे हैं। दूजा जो क्वेश्चन है बिजनेस जोड़े 4 महीने तो शट है उन्होंने की हैगा। सनी जी प्रॉब्लम ये है कि असी जोड़ा है होम्स मिनिस्ट्री जी है गवर्नमेंट ऑफ इंडिया ਉਹਦੀ ਜਿਹੜੀ ਨੋਟੀਫਿਕੇਸ਼ਨ ਹੈ ਉਹਦੇ ਗਾਈਡਲਾਈਨਸ ਫੋਲੋ ਕਰਦੇ ਹਾਂ। ਤੁਸੀਂ ਦੇਖੋਗੇ ਧੀਰੇ ਧੀਰੇ ਲੋਕਡਾਊਨ ਖੁੱਲਦਾ ਗਿਆ। ਅਸੀਂ ਔਨ ਲੋਕਡਾਊਨ 1 2 3 4 5 ਪਹਿਲੇ ਹੀ ਅਸੀਂ ਜਿਹੜਾ ਹੈ ਐਗਜ਼ੀਕਿਊਟ ਕਰਤਾ ਹੈਗਾ। ਮੋਸਟ ਆਫ ਦਾ ਬਿਜ਼ਨਸ 95% ਆਫ ਦਾ ਬਿਜ਼ਨੈਸਸ ਆਰ ਓਪਨ। ਤੁਸੀਂ ਦੇਖੋਗੇ ਫੋਕਲ ਪੁਆਇੰਟ ਜਾ ਕੇ ਇੰਡਸਟਰੀਜ਼ ਚੱਲ ਰਹੀਆਂ ਹੈਗੀਆਂ। ਤੁਸੀਂ ਦੇਖੋਗੇ ਕੋਈ ਇसी ਤਰ੍ਹਾਂ ਦੀ ਵੀ ਕੋਈ ਦਿੱਕਤ ਨਹੀਂ ਹੈ। ਗੁੱਡਸ ਦੀ ਕੋਈ ਮੂਵਮੈਂਟ ਦੀ ਕੋਈ ਰੁਕਾਵਟ ਨਹੀਂ ਹੈ। ਯੈਸ
एक दो इशूज़ है कि स्कूल नहीं खुल सकते बिकॉज ये बच्चे हैं और ये सब तो वुलनरेबल पॉपुलेशन है, इन्हों ਅਸੀਂ ਜਿਹੜਾ ਹੈਗਾ ਰਿਸਕ ਤੇ नहीं दिला सकते। हाँ, इसी तरह का अगर कोई जिम हैगा हाले तक सानू कोई सरकार की नोटिफिकेशन नहीं है कि जिम खोल सकते। बाकी जिमें जद भी कोई नोटिफिकेशन आएगी असी तुहानू अशेयर करते हैं, नाल दे नाल उस चीज़ को ओपन किया जाएगा विद प्रॉपर स्पिरिट एंड फिलोसफी। हरप्रीत उपल जी का क्वेश्चन है डेंगी के बारे असी की कर रहे हैं जी। मैं तुहानू जिवें कि पहले ही दसिया कि डेंगी के लिए साडे कोल एक पुराना सॉफ्टवेयर हैगा जिहड़ा पिछले साल असी यूज़ किया सीगा। मैं फिर भी कह रहा सीगा कि 90% रिडक्शन ऑफ केसेस हुए सीगे पिछली बार, अगर तुसी कंपेयर करो 2018 दे विच नाल, तो असी फिर वही एज एट कॉन्क्रीट टीम इस सॉफ्टवेयर का यूज़ करांगे, लोगों को अवेयर भी कर रहे हैं। फिर भी यही मैसेज है कि लोग सानू दसन कि अगर इत्थे लार्वा पाया जा रहा, सानी हेल्थ टीम उत्थे जाके उन्होंने जिहड़ा हैगा नजिठन लई पूरी तैयार है जी। विशाल वर्मा जी है, ये समाणा तो है, ये कहते जी समाणा च कोविड केसेस आर एट पीक एट दिस मोमेंट, बोथ आर पार्क्स एंड म्यूनिसिपल काउंसिल पार्क ऑलवेज हैव मास गैदरिंग इन मॉर्निंग एंड इवनिंग विद नो सोशल डिस्टेंसिंग, प्लीज क्लोज बोथ द पार्क्स एंड प्रिकॉशंस टू स्टॉप द स्प्रेड। एकदम ठीक है विशाल जी, बट पार्क असी बंद कर देंगे, दैट इज नॉट एन इशू। चंगी इन्फॉर्मेशन है, चंगा फीडबैक है, ਅਸੀਂ आज ही एसडीएम साहब को कह देंगे, तुम एसडीएम साहब को मिल भी सकते हो, मैं ਤੁਹਾਡਾ नाम उन्होंने दस दांगा। सोशल डिस्टेंसिंग मास्किंग का है, असी एक्टिवली जो है चलानिंग और मॉनिटरिंग कर रहे हैं, एफआईआर भी दर्ज कर रहे हैं। बाकी जिथे तक एनवायरमेंट पार्क और म्यूनिसिपल काउंसिल पार्क की गल है उन्होंने मैं आज टेकअप कर लाँगा एसडीएम साहब के नाल गल करके, जो भी बेस्ट पॉसीबल आउटकम है वो एग्जीक्यूट करा देंगे जी। हरजोत सिंह जी है जी, फॉर आउटसाइडर ट्रैकिंग वाई गवर्नमेंट इज नॉट टेकिंग द हेल्प फ्रॉम टेलीकॉम ऑपरेटर्स, कंपनीज हैव रियल टाइम डेटाबेसिस, प्लीज टेक सपोर्ट वेर एवर पॉसिबल फ्रॉम माई साइड। थैंक यू हरजोत जी, लोगों का सपोर्ट बहुत मायने रखता है, बहुत जरूरी है। बहुत खुशी की गल है, कल ही साडी एक मीटिंग हुई है, इतिहास सॉफ्टवेयर है साडा, इतिहास सॉफ्टवेयर ਨੂੰ ਅਸੀਂ ICMR ਦਾ ਸੌਫਟਵੇਅਰ ਔਰ ਕੋਵਾ ਐਪ ਦੇ ਨਾਲ ਅਸੀਂ ਜਿਹੜਾ ਹੈਗਾ ਇੰਟੀਗ੍ਰੇਟ ਕਰਤਾ ਹੈਗਾ। ਵੀ ਵਿਲ ਬੀ ਰਿਕੁਆਇਰਿੰਗ ਅਨਦਰ 2 to 3 days ਟੂ ਇਨਸ਼ੋਰ दैट इट इज इंप्लीमेंट। मैं एक बार ਸਾਡੇ ਸਾਰੇ ਪਟਿਆਲਾ ਵਾਸੀਆਂ ਨੂੰ ਇੱਕ ਵਾਰ ਇਹਦਾ ਬਰੀਫ ਕਰਦਾ। ਇਹਦੇ ਵਿੱਚ ਅਗਰ ICMR ਦੇ ਵਿੱਚ ਸਾਡੀ ਜਿਹੜੀ ਪੋਰਟਲ ਹੈ, ਅਗਰ ਕੋਈ ਪੋਜ਼ਿਟਿਵ ਕੇਸ ਆਉਂਦਾ, ਫਰਜ਼ ਕਰੋ मैं पॉजिटिव आ गया, तो नाल दे नाल वो मेरे पुराने पिछले 10 दिन की सारी ट्रैक मूवमेंट दस देगा कि मैं कित्थे कित्थे गया, किनू मिलिया। वो सारे टावर जेडे लोकेशन है वो एक्टिव हो जाते हैं, सानू पता लग जाएगा लेट से मैं गया, मैं लेट से समाना गया, पात्रा गया, किस ऑफिस से बैठा, तो 10 दिन की सारी कॉन्टैक्ट ट्रेसिंग हो जाएगी। ये साडे काम भी बड़ा सौखा हो जाएगा, लोगों को बहुत ज़्यादा फील्ड से जाके केस स्टडी या इंटरव्यू करने की लोड़ नहीं पाएगी। तो एक तो ये सॉफ्टवेयर साडा 3 या 4 दिन इंप्लीमेंट हो जाएगा। ਇਹਦੇ ਨਾਲ ਨਾਲ ਹੀ ਅਸੀਂ ਇਸ ਸੌਫਟਵੇਅਰ ਦੇ ਵਿੱਚ ਇਹ ਵੀ ਦੱਸ ਰਹੇ ਹਾਂ ਕਿ ਕਿੱਥੇ ਟਾਵਰ ਆਪਰੇਟਰ ਬਹੁਤ ਜ਼ਿਆਦਾ ਇਕੱਠਾ ਹੋ ਰਿਹਾ ਹੈ, ਕਿੱਥੇ ਇੱਕ ਬੰਦੇ ਬਹੁਤ ਜ਼ਿਆਦਾ ਇੱਕ ਟਾਈਮ 'ਚ ਮੌਜੂਦ ਨੇ, ਲੈਟ ਸੇ ਕੋਈ ਭੋਗ ਹੈ, ਕੋਈ ਸ਼ਾਦੀ ਹੈ, ਕੋਈ ਬਰਥਡੇ ਪਾਰਟੀ ਹੈ, ਜਦੋਂ ਵੀ ਇਸ ਤਰ੍ਹਾਂ ਦੀ ਕੋਈ ਇਕੱਠ ਹੋਏਗਾ ਸਾਨੂੰ ਨਾਲ ਦੇ ਨਾਲ ਹੀ ਟਾਵਰ ਲੋਕੇਸ਼ਨ ਇੰਡੀਕੇਟ ਕਰੇਗਾ ਔਰ ਅਸੀਂ ਜਾ ਕੇ ਜਿਹੜਾ ਹੈਗਾ ਉੱਥੇ ਐਕਸ਼ਨ ਲੈ ਲਾਂਗੇ। तो दैट इज द पोटेंशियल सोर्स, तो सानू रूट भी पता लग जाएगा कितने की लोकेशन से ज़्यादा पॉजिटिव है, ये सानू कंटेनमेंट एरिया बनाने से भी बहुत फायदा करेगा। तो जदों भी ये फाइनल होएगा मैं तुहाडे नाल एक बार फिर रूबरू होवांगा ते अपने पब्लिक रिलेशन ऑफिसर के जरिए पटियाला वासियों को भी ये बारे एक बार मैं प्रेस रिलीज भी कर देवांगा जी। DKS बराड़ साहब हैगे, ये कहते जी कोविड मरीजों को खाण लई की मैन्यू है, इन्हां दे ठहरन दे टाइम पास दे लई की तुसीं कीता हैगा। बराड़ साहब साडे वालों जो CCC है कोविड केयर सेंटर के सवेरे असी चाह देंगे हैं 2 बार, उसके बाद ब्रेकफास्ट हैगा जो दलिया खाना चाहे दलिया खाते, परोठा है, दूध हैगा, दूध सब तो इंपॉर्टेंट है बिकॉज प्रोटीन डाइट बहुत जरूरी होंगी है। उसके बाद फिर दोपहर से साडे कोल सब्जी चपाती रोटी ते सलाद होंगी है, शाम नू चाय और बिस्किट होंगी है, और रात को जिवें सादा खाना खाते दाल सब्जी रोटी चपाती सलाद। इन्हां दे रीजुविनेशन के लिए इन्हां दे कोई फैसिलिटीज़ के लिए असी TV लगाया हुआ है, शब्द चलते हैं जिहड़े लोग रिलीजियस है, म्यूजिक है, स्पीकर है, बाहर एरिया भी हैगा, थोड़े बहुत वॉक कर सकते। 10 दिन का टाइम होंगे जिहड़ा आपां रखते हैं, TV और म्यूजिक इज़ इनफ। बाकी असी कोशिश कर रहे हैं जिवें तिवें भी लोगों को जो फैसिलिटीज़ चाहिए असी नाल दे नाल कोशिश करते जो साडे विच हो सकता है। मनदीप पाल सिंह है जी, ये कहते जी कर्फ्यू लगाना चाहिए हर शुक्रवार शाम 6 बजे तो सोमवार सवेरे 6 बजे तक। मनदीप जी जिवें कि मैं दसिया कि ये प्रेरोगेटिव होम डिपार्टमेंट का, तुहाडी गल एकदम ठीक है। कुछ लोग कहते कर्फ्यू हटाना चाहिए, कुछ लोग कहते कर्फ्यू लगाना चाहिए, 2 पक्ष है, 2 गल हैगी, इट इज़ बोथ द साइड्स ऑफ द कॉइन। यस कर्फ्यू लगना चाहिए नहीं लगना चाहिए, दैट इज वी आर नॉट हैव दैट डिस्क्रिशन प्रेरोगेटिव, बट यस आपा की कर सकते, आपा सैटरडे संडे घरे रह के कर्फ्यू नू इजाद कर सकते, आपा एज अ सोसाइटी आप ये कोशिश करते कर्फ्यू ना लगाए, बट तुसी तो अपने घरे बैठ सकते हो। कोशिश ये करूँगा, तुहाडी गल मैं पहुँचा दूंगा सरकार नू, गवर्नमेंट ऑफ इंडिया नू भी लिख के भेज दूंगा, जब भी किसी तरह की भी कोई नोटिफिकेशन आऊगी तो नाल दे नाल दस दिता जाएगा जी।
एक कोविड तो और दूजे पासे हट के क्वेश्चन है मनिंदर ਜ਼ੈਲਦਾਰ ਸਾਹਿਬ ਹੈਗੇ ਕਸਿਆਣਾ ਪਿੰਡ ਹੈਗਾ ਪਟਿਆਲਾ ਦਾ ਆਪਣੇ ਸਬ ਡਿਵੀਜ਼ਨ 'ਚ ਪੈਂਦਾ ਹੈ ਇਹ ਕਹਿੰਦੇ ਸਾਡਾ ਬਹੁਤ ਪੁਰਾਣਾ 100 ਸਾਲ ਪੁਰਾਣਾ ਟੋਬਾ ਹੈ ਜੀ ਇਹਦੇ ਵਿੱਚ ਲੋਕੀ ਕਬਜ਼ਾ ਕਰ ਰਹੇ ਨੇ ਮਨਿੰਦਰ ਜੀ ਮੈਂ ਚੈੱਕ ਕਰਵਾ ਲਾਂਗਾ ਔਰ ਆਈ ਵਿਲ ਮੇਕ ਸ਼ੋਰ ਦੈਟ ਅਗਲੇ 2 ਦਿਨਾਂ 'ਚ ਇਹਦੀ ਮੈਂ ਫੀਲਡ ਵੈਰੀਫਿਕੇਸ਼ਨ ਕਰਾ ਕੇ ਇਹਦੀ ਜਮਾਬੰਦੀ ਨਿਕਲਵਾ ਕੇ ਕਿੰਨੀ ਥਾਂ 'ਚ ਜਿਹੜਾ ਇਹ ਟੋਬਾ ਹੈ ਔਰ ਕਿੰਨੀ ਐਨਕਰੋਚਮੈਂਟ ਹੋਈ ਹੈ ਆਈ ਮੇਕ ਅ ਟੀਮ ਆਫ ਐਸਡੀਐਮ ਐਂਡ ਡੀਡੀਪੀਓ ਵਿਜ਼ਿਟ ਕਰਨਗੇ ਅਸੀਂ ਕਿਸੇ ਤਰ੍ਹਾਂ ਦੀ ਵੀ ਐਨਕਰੋਚਮੈਂਟ ਅਲਾਉ ਨਹੀਂ ਕਰਦੇ ਥੈਂਕ ਯੂ ਤੁਸੀਂ ਇਹ ਸਾਨੂੰ ਦੱਸਿਆ ਔਰ ਅਸੀਂ ਜਿਹੜਾ ਹੈਗਾ ਇਹਨੂੰ 2 ਦਿਨ 'ਚ ਜਿਹੜਾ ਹੈਗਾ ਵਿਲ ਸੋਲਵ ਦ ਪ੍ਰੋਬਲਮ ਜੀ मनदीप सिंह जी है जी वही मैं कह रहा जी जिवें मनदीप पाल सिंह अभी क्वेश्चन पूछ रहे थे कि लॉकडाउन लगना चाहिए मनदीप सिंह जी कहते लॉकडाउन प्लीज रिमूव करो संडे का मैं वही कह रहा जी 2 पक्ष है केदी मानिए केदी नहीं मानिए बट यस एज अ डेमोक्रेटिक कंट्री इट इज़ योर राइट तुसी अपना व्यू दे सकते हो जो भी तुहाडी राय आ रही है असी सरकार तक पहुंचा देवांगे जी सिंगम साहिल है जी ये कहते हैं कि कर्फ्यू लगना चाहिए है जी मैं फिर वही कह रहा कर्फ्यू का सारा डिस्क्रिप्शन सरकार का जिवें तिवें जब भी होएगा मैं तुहानूं दस दूंगा जी जंतेश कुमार है ये समाना तो है ये कहते जी लोग जेडे है समझ नहीं रहे लोग समझ नहीं रहे 80% जेडे लोग मास्क और सोशल डिस्टेंस का पालन नहीं कर रहे जंतेश जी अगेन मैं आज फिर एक बार टीम नूं वापस एक्टिवेटेड है असीं ये कोशिश करांगे आज मेजर चालानिंग कर देवां जहां तक मेरी नॉलेज है मैं समाना जाके आया हैगा उत्थे 60 to 70% लोग मास्क का यूज करे जेडे 30-40% नहीं करे असी विल क्रैक डाउन विल इंश्योर कि वो सोशल डिस्टेंस और मास्क का जेड़ा साडा अमन बवेजा है जी ये कहते एक शॉपकीपर है ये कहते जी साडा काम एकदम खराब हो गया है इलैक्ट्रिसिटी बिल स्कूल फीस आदि ये इशूज है व्यापार मंडल के नाल साडी बहुत एक्टिवली मीटिंग चलदियां रहिंदियां है तुहाडे व्यापार मंडल के जेडे प्रधान है वो भी आए सीगे ਅਸੀਂ ਵੀ ਆਪਣੇ ਕਮਿਸ਼ਨਰ ਕਾਰਪੋਰੇਸ਼ਨ ਵੱਲੋਂ ਤੁਹਾਡੇ ਤੱਕ ਪਹੁੰਚ ਕਰਦੇ ਹਾਂ ਅਗਰ ਤੁਹਾਡੇ ਤੱਕ ਕੋਈ ਇਨਫੋਰਮੇਸ਼ਨ ਨਹੀਂ ਜਾ ਰਹੀ ਪਲੀਜ਼ ਮੇਰਾ ਆਫਿਸ ਤੁਹਾਡੇ ਲਈ ਖੁੱਲਾ ਹੈ ਤੁਸੀਂ ਕਦੀ ਵੀ ਆਓ ਸ਼ਾਪਕੀਪਰਾਂ ਦੇ ਲਈ ਕਿੱਥੇ ਵੀ ਅਸੀਂ ਕੋਈ ਸ਼ਾਪ ਬੰਦ ਨਹੀਂ ਕੀਤੀ ਹੈ ਅਗਰ ਤੁਸੀਂ ਕਿਤੇ ਕੋਈ ਇਸ਼ੂ ਹੈਗਾ ਕੋਈ ਇਨਫੋਰਮੇਸ਼ਨ ਦੀ ਡਿਸਟੋਰਸ਼ਨ ਹੈ ਸਾਨੂੰ ਆ ਕੇ ਦੱਸੋ ਇਲੈਕਟ੍ਰਿਸਿਟੀ ਬਿੱਲ ਸਕੂਲ ਫੀਸ ਦਾ ਤੁਹਾਨੂੰ ਪਤਾ ਹੀ ਹੈ ਸਕੂਲ ਫੀਸ ਦਾ ਕੇਸ ਹਾਈ ਕੋਰਟ 'ਚ ਚੱਲ ਰਿਹਾ ਹੈਗਾ ਹੁਣ ਕੋਰਟ ਦੇ ਵਿੱਚ ਹੈਗਾ ਇਲੈਕਟ੍ਰਿਸਿਟੀ ਬਿੱਲ ਦਾ ਆਪਣੇ ਪੰਜਾਬ ਗਵਰਨਮੈਂਟ ਦੇ ਵੱਲੋਂ ਬਹੁਤ ਹੀ ਸਚੇਤ ਢੰਗ ਨਾਲ ਇਸ ਇਸ਼ੂ ਨੂੰ ਚੜਾਇਆ ਜਾ ਰਿਹਾ ਹੈ मैं आस करदा कि पंजाब सरकार वालों कोई ना कोई सोल्यूशन जो है जल्दी दस दिता जाएगा जी हरपाल सिंह जी कहते फ्राइडे नू सैटरडे बिल्कुल बंद करो वही जवाब जी जिवें जब भी कोई सोल्यूशन आएगा तो दस दिता जाएगा दिवेश गर्ग है जी ये बच्चा है आई एम दिवेश गर्ग स्टूडेंट ऑफ क्लास 7 सर आई रिक्वेस्ट यू टू टेक सम मेजर्स रिगार्डिंग किरियाना शॉप ओनर एंड वेजिटेबल वेंडर एंड ऑल्सो मेकिंग द पॉजिटिव केसेज एंड सस्पेक्ट केसेज लिस्ट बिकॉज किरियाना शॉप ओनर्स एंड वेजिटेबल वेंडर्स कीप डिलीवरिंग टू देयर हाउसेज बेटा एकदम ठीक है बहुत चंगी गल है तुसी क्वेश्चन पुटअप किया बड़ा खुशी होती कि तुसी सारे बच्चे मिलके भी सोसाइटी में मोबिलाइज कर रहे हो सब तो पहले जद भी ये अपने वॉल सिटी के केस आया सीगा सब तो पहले असी काम किया सीगा सब्जी मंडी क्लोज ही करती सी कोई दिक्कत नहीं 4-5 दिन अगर सब्जी मंडी क्लोज हो जाएगी बहुत ज़्यादा इंपैक्ट नहीं होता है करियाना शॉप ओनर जेडे साडे वेजिटेबल वेंडर उन्हों का असी पास बनाया उन्हों की असी सैंपलिंग करते रैंडम चैकिंग करते कोशिश यही रहती कि कोई भी बंदा तुहाडे घर कोई सामान पहुंचा रहा है वो कोविड फ्री होवे एंड वी आर वेरी कॉन्शियस अबाउट इट थैंक यू तुसी ये क्वेश्चन पुटअप किया तुहाडा दूजा क्वेश्चन भी हैगा आर यू प्लैनिंग टू टेक एक्शन अगेंस्ट मास्क विद रिपायरेटर्स एंड वॉल्स बट क्वेश्चन यही है कि जेड़ा बंदा मास्क नहीं पहनेगा ਉਹਦੇ अगेंस्ट तो एक्शन लेना ही पैना है ਤੁਸੀਂ ਬੱਚੇ ਹੋ ਤੁਸੀਂ ਆਪਣੇ ਘਰ ਵਾਲੇ ਨੂੰ ਸਮਝਾਓ ਆਪਣੇ ਆਸ ਪੜੋਸ ਤੇ ਤੁਹਾਡੇ ਦੋਸਤ ਹੈ ਉਹਨਾਂ ਨੂੰ ਵੀ ਕਹੋ ਕਿ ਆਪਣੇ ਪੈਰੈਂਟਸ ਨੂੰ ਸਮਝਾਓ ਆਪਣੇ ਰਿਸ਼ਤੇਦਾਰ ਨੂੰ ਸਮਝਾਓ ट्रिगरिंग इफेक्ट ਹੁੰਦਾ ਹੈਗਾ ਤੁਸੀਂ ਬੱਚੇ ਜਦ ਸੋਸਾਇਟੀ 'ਚ ਆ ਜਾਂਦੇ ਹੋ ਉਹਦਾ ਕੋਈ ਤੋੜ ਨਹੀਂ ਹੈ ਥੈਂਕ ਯੂ ਵੈਰੀ ਮਚ ਜੈ ਹਿੰਦ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।